ਵੱਧਦੇ ਹਾਂ ਤੇ ਹੁਣ ਪਤਾ ਲੱਗਾ ਤੇ ਭਾਜੀ ਹੁਣ ਕਈ ਅੰਕ ਉਹਨਾਂ ਨੇ ਕਿਹਾ ਵੀ ਹੈ ਕਿ ਜਿਹੜਾ ਇਹ ਨਵੀਂ ਆ ਪਹਿਲੀ ਪੁਸਤਕ ਆ, ਪਰ ਮੈਨੂੰ ਪਤਾ ਕਿ ਘੱਟੋ ਘੱਟ ਵੀ ਇਹ ਜਿਹੜੀ ਇਹਦੀ ਸੋਚ ਸੀ 20 ਸਾਲ ਮਤਲਬ ਘੱਟੋ ਘੱਟ 20 ਸਾਲ ਤੋਂ ਲਿਖਦੀ ਆ, ਉਹ ਛਾਪੀ ਹੋਣਿਆ, ਲੇਕਿਨ ਜਿਹੜੀ ਸੋਚ ਜਾਂ ਜਿਹੜੀ ਸੀਗੀ ਲਿਖਦੀ ਨਾ ਉਹ ਉਦੋਂ ਤੋਂ ਹੀ ਸੀ। ਤੇ ਮੈਂ ਇਹ ਤੋਂ ਜ਼ਿਆਦਾ ਕੁਛ ਨਹੀਂ ਕਹਿ ਸਕਦਾ। ਜਿੱਦਾਂ ਜਗੀਰ ਸਿੰਘ ਜੀ ਹੁਣ ਕਿਹਾ ਕਿ ਦਲਵੀਰ ਦਿਓਲ ਜਿਹੜਾ ਸਾਡਾ ਮੇਰਾ ਕਜ਼ਨ ਆ, ਮੇਰਾ ਪਿੰਡੂ ਵੀ ਆ ਤੇ ਅਸੀਂ ਉਸੇ ਪਿੰਡ ਤੋਂ ਬਿਲੋਂਗ ਕਰਦੇ ਹਾਂ। ਤੇ ਬੜਾ ਮਾਣ ਵਾਲੀ ਗੱਲ ਹੈ ਕਿ ਮੈਂ ਸੋਚਦਾ ਨਹੀਂ ਸੀ ਕਿ ਇੰਨੇ ਬੁੱਧੀਜੀਵੀ ਤੇ ਇੰਨੇ ਸਾਹਿਤਕਾਰਾਂ ਦੇ ਦਰਸ਼ਨ ਹੋਣਗੇ, ਕਿਉਂਕਿ ਆਇਆਂ ਨੂੰ ਤੇ ਕਾਫੀ ਚਿਰ ਹੋ ਗਏ ਇੱਥੇ। ਕਬੱਡੀ 'ਚ ਜਾਂਦੇ ਹਾਂ ਉੱਥੇ ਰੌਲੇ ਪੈਂਦਾ ਰਹਿੰਦਾ, ਇੱਥੇ ਪਹਿਲੀ ਮਹਿਫਲ ਆ ਕਿ ਜਿਹੜੀ 3 ਘੰਟੇ ਤੋਂ ਚੱਲ ਰਹੀ ਆ ਤੇ ਬੜੇ ਇੱਕ ਦੂਜੇ ਦੇ ਮਾੜਾ ਮੋਟੀਆਂ ਵਣਗੀਆਂ ਵੀ ਹੁੰਦੀਆਂ, ਇੱਕ ਤੋਂ ਟੋਚਾਂ ਵੀ ਕਰਦੇ ਆ, ਪਰ ਉੱਥੇ ਤਾਂ ਸਿੱਧੋ ਗਾਲ ਹੀ ਹੋ ਜਾਂਦੇ। ਫਿਰ ਵੀ ਦੁਬਾਰਾ ਸਾਰੇ ਹੀ ਆਏ ਹੋਏ ਆ ਪਤਵੰਤੇ ਸੱਜਣਾ ਨੂੰ, ਮਾਨਯੋਗ ਇੰਦਰਜੀਤ ਬੱਲ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਾਰਿਆਂ ਦੀ ਮਿਹਰਬਾਨੀ ਕਿ ਤੁਸੀਂ ਆ ਕੇ ਸਾਡੇ ਰੌਣਕ ਨੂੰ ਵਧਾਇਆ। ਕੀਰਤ ਦਿਓਲ ਜੀ ਨੇ ਬੜੇ ਹੀ ਸਾਫ਼ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਦੱਸਿਆ ਵੀ ਗੁਜਰਨ ਹੋਰੇ ਦਾ ਜ਼ਰੂਰ ਸੀ ਅੱਜ, ਪਰ ਬੜੇ ਉਹ ਸਹੀ ਮਾਹੌਲ ਦੇ ਵਿੱਚ ਹੀ ਗੁਜ਼ਰਿਆ। ਕਬੱਡੀ ਵਾਲਿਆਂ ਨੂੰ ਹੱਥ ਪਾਈ ਨਹੀਂ ਹੋਏ। ਸਾਹਿਤਕਾਰਾਂ ਦਾ ਇਹੀ ਤਾਂ ਇੱਕ ਵਧੀਆ ਤਰੀਕਾ ਹੁੰਦਾ ਨਾ ਵੀ ਆਪਣੀ ਗੱਲ ਵੀ ਕਹਿ ਦੇਣੀ ਤੇ ਰਹਿਣਾ ਵੀ ਤਹਿਜੀਬ 'ਚ। ਅੱਜ ਦੀ ਮਹਿਫਲ ਦੇ ਵਿੱਚ ਪੰਜਾਬੀ ਫੋਰਮ ਕੈਨੇਡਾ ਤੋਂ ਨਦੀਮ ਜੀ ਸ਼ਿਰਕਤ ਲਿਆਏ, ਲਵੀਨ ਜੀ ਹੋਏ ਥੋੜ੍ਹਾ ਲੇਟ ਪਹੁੰਚੇ, ਉਹਨਾਂ ਦਾ ਵੀ ਸਵਾਗਤ ਹੈ। ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਹਰਜੀਤ ਗਿੱਲ, ਤੁਹਾਡਾ ਵੀ ਸਵਾਗਤ ਹੈ। ਤੇ ਹੁਣ ਜਿਵੇਂ ਕਹਿੰਦੇ ਵੀ ਅੱਜ ਦੀ ਮਹਿਫਲ ਦੇ ਜਿਹੜਾ ਸ਼ਿੰਗਾਰ ਹੈ ਪਰਮਜੀਤ ਦਿਓਲ ਜੀ ਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ। ਮੈਂ ਗੁਜ਼ਾਰਿਸ਼ ਕਰਾਂਗਾ ਪਰਮਜੀਤ ਜੀ ਆਪਣੀਆਂ ਕੁਛ ਵੰਨਗੀਆਂ ਪੇਸ਼ ਕਰਨ ਤੇ ਆਏ ਹੋਏ ਮਹਿਮਾਨਾਂ ਨੂੰ। ਤੁਸੀਂ ਫੁੱਲਾਂ ਵਰਗੇ ਆਏ, ਤੁਸੀਂ ਫੁੱਲਾਂ ਵਰਗੇ ਆਏ ਜੀ, ਤੁਹਾਨੂੰ ਜੀ ਆਇਆਂ। ਤੁਸੀਂ ਮਹਿਕਾਂ ਸੰਗ ਲਿਆਏ ਜੀ, ਤੁਹਾਨੂੰ ਜੀ ਆਇਆਂ। ਤੁਸੀਂ ਮੁਹੱਬਤਾਂ ਵੰਡਣ ਆਏ ਜੀ, ਤੁਹਾਨੂੰ ਜੀ ਆਇਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਮੇਰੇ ਇੱਕ ਕਾਲ ਤੇ ਇੱਥੇ ਸਾਰੇ ਇਕੱਠੇ ਹੋਏ ਆ। ਜਦੋਂ ਮੈਂ ਕਿਸੇ ਨੂੰ ਕਾਲ ਵੀ ਕਰਦੀ ਸੀ ਤਾਂ ਉੱਥੇ ਮੈਨੂੰ ਕੋਈ ਪੁੱਛ ਵੀ ਰਿਹਾ ਸੀ ਵੀ ਕੌਣ ਕੌਣ ਆਊਗਾ ਜਾਂ ਕੌਣ ਕੌਣ। ਮੈਂ ਕਿਹਾ ਤੁਸੀਂ ਇਹ ਨਾ ਪੁੱਛੋ ਵੀ ਕੌਣ ਨਹੀਂ ਆਊਗਾ। ਤੇ ਜਿੱਥੇ ਜਿੱਥੇ ਮੈਂ ਧੰਨਵਾਦ ਕਰੂੰਗੀ ਸਾਰਿਆਂ ਨੂੰ ਪਤਾ ਹੀ ਹੈਗਾ ਮੇਰੇ ਪਿੱਛੇ ਕਿਹਨਾਂ ਦਾ ਸੀ। ਕਮਲਜੀਤ ਭੈਣ ਜੀ ਹੁਣੇ ਤੇ ਗੁਰਬਖਸ਼ ਭੰਡਾਲ ਹੁਣਾਂ ਦਾ, ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਸ਼ੁਕਰੀਆ ਜ਼ਿਆਦਾ ਉਸ ਤੋਂ ਵੱਧ ਤੀਰਥ ਜੀ ਦਿਓਲ ਦਾ ਕਰੂੰਗੀ। ਅੱਜ ਫੇਰ ਕੋਈ ਆਇਆ, ਅੱਜ ਫੇਰ ਕੋਈ ਆਇਆ ਸੱਜਰੀ ਸਵੇਰ ਬਣ ਕੇ, ਪੱਤੀ ਨੂੰ ਜਿਸਨੇ ਚੁੰਮਿਆ ਤੁਪਕਾ ਤਰੇਲ ਬਣ ਕੇ। ਲਫ਼ਜ਼ਾਂ ਨਾਲ ਭਰਿਆ ਪੰਨੇ ਸੀ ਮੁੱਕ ਗਏ, ਲਫ਼ਜ਼ਾਂ ਨਾਲ ਭਰਿਆ ਪੰਨੇ ਸੀ ਮੁੱਕ ਗਏ, ਉਹ ਤੇ ਮੋਤੀ ਪਰੋਣਿਆ ਯਾਰ ਖੇਲ ਬਣ ਕੇ। ਕੱਤ ਰਹੀ ਸਾਂ ਪੂਣੀਆਂ, ਕੱਤ ਰਹੀ ਸਾਂ ਪੂਣੀਆਂ, ਕੋਈ ਚੁੰਝ ਕਲੇਜੇ ਭਰ ਗਿਆ, ਉਹ ਤੇ ਕਾਂ ਡਾਉਣਿਆ ਆ ਗਲੇਲ ਬਣ ਕੇ। ਮੈਂ ਕਭੀ ਹੋਣਾ ਅੱਕ ਦਾ ਫੁੱਲ, ਮੈਂ ਕਭੀ ਹੋਣਾ ਅੱਕ ਦਾ ਫੁੱਲ, ਮੈਂ ਉਹ ਤੇ ਮਹਿਕਾਂ ਘੋਲਣ ਆਇਆ ਅਤਰ ਫਲੇਲ ਬਣ ਕੇ। ਪਾਉਣਾ ਜਦੋਂ ਲੰਘੀਆਂ ਮੇਰੇ ਤੋਂ ਪਾਸਾ ਵੱਟ ਕੇ, ਪਾਉਣਾ ਜਦੋਂ ਲੰਘੀਆਂ ਮੇਰੇ ਤੋਂ ਪਾਸਾ ਵੱਟ ਕੇ, ਰੋਂਦੀ ਨੂੰ ਵਰਾਉਣ ਆਇਆ ਉਹ ਇੱਕ ਖੇਲ ਬਣ ਕੇ। ਅੱਜ ਫੇਰ ਕੋਈ ਆਇਆ ਸੱਜਰੀ ਸਵੇਰ ਬਣ ਕੇ, ਪੱਤੀ ਨੂੰ ਜਿਸਨੇ ਚੁੰਮਿਆ ਤੁਪਕਾ ਤਰੇਲ ਬਣ ਕੇ। ਤੁਹਾਡਾ ਬਹੁਤ ਬਹੁਤ ਫਿਰ ਧੰਨਵਾਦ ਕਰਦੀ ਹਾਂ। ਮੈਂ ਸਾਰਿਆਂ ਦਾ ਨਾਂ ਨਹੀਂ ਲੈਣਾ ਚਾਹੂੰਗੀ, ਇਹਦੇ ਬਾਰੇ ਮੈਂ ਇੰਨਾ ਹੀ ਕਹੂੰਗੀ। ਮੈਨੂੰ ਸਾਰੇ ਬੜੇ ਪਿਆਰੇ ਨੇ, ਮੈਨੂੰ ਸਾਰੇ ਬੜੇ ਪਿਆਰੇ ਨੇ, ਮੈਂ ਕਿਸ ਕਿਸ ਦਾ ਨਾਮ ਲਵਾਂ। ਮੈਨੂੰ ਸਾਰੇ ਦਿਲੋਂ ਸਤਿਕਾਰੇ ਨੇ, ਮੈਂ ਕਿਸ ਕਿਸ ਦਾ ਨਾਮ ਲਵਾਂ। ਤੇ ਇੱਕ ਸਰਪ੍ਰਾਈਜ਼ ਕਵਿਤਾ ਜਿਹੜੀ ਆ ਉਹ ਤੀਰਥ ਹੋਣਾ। ਤੀਰਥ ਜੀ ਕਿੱਦਾਂ ਚੱਲੇ ਹੋ?
ਇਹ ਜਿਹੜੀ ਸਾਡੀ ਵਾਰਤਾਲਾਪ ਹੋਈ ਸੀ ਜਦੋਂ ਇਹ ਕੈਨੇਡਾ ਆਏ ਨਾ, ਇਹਨਾਂ ਨੇ ਮੈਨੂੰ ਚਿੱਠੀ ਲਿਖੀ ਤੇ ਪਹਿਲੀ ਚਿੱਠੀ ਦੇ ਵਿੱਚ ਇਹਨਾਂ ਨੇ ਮੈਨੂੰ ਲਿਖਿਆ ਸੀਗਾ ਉਹ ਕਵਿਤਾ ਦੇ ਰੂਪ ਵਿੱਚ ਮੈਂ ਤੁਹਾਡੇ ਸਾਹਮਣੇ ਹਾਂ ਯਾਦ ਹੈ ਜਦੋਂ ਤੂੰ ਆਖਿਆ ਸੀ ਮੈਂ ਪਹੁੰਚ ਗਿਆ ਆਪਣੇ ਸੁਪਨਿਆਂ ਦੇ ਸਮੁੰਦਰ ਵਿੱਚ। ਹਾਂ ਮੈਨੂੰ ਅੱਜ ਵੀ ਯਾਦ ਹੈ ਤੂੰ ਆਖਿਆ ਸੀ ਮੈਂ ਪਹੁੰਚ ਗਿਆ ਆਪਣੇ ਸੁਪਨਿਆਂ ਦੇ ਸਮੁੰਦਰ ਵਿੱਚ। ਤਾਂ ਮੈਂ ਆਖਿਆ ਸੀ ਲੈ ਕੇ ਨਹੀਂ ਆਈ ਥੋੜਾ ਜਿਹਾ ਤੂੰ ਦੱਸਦਾ। ਤਾਂ ਮੈਂ ਆਖਿਆ ਸੀ ਮੇਰੇ ਸੋਹਣੇ ਸੱਜਣਾ ਮੈਂ ਤੇਰੀ ਜ਼ਿੰਦਗੀ ਦੇ ਸਮੁੰਦਰ 'ਚ ਮੱਛਲੀ ਬਣ ਕੇ ਤੈਰਾਂਗੀ। ਹਾਂ ਯਾਦ ਹੈ ਜਦੋਂ ਤੂੰ ਆਖਿਆ ਸੀ ਮੈਂ ਪਹੁੰਚ ਗਿਆ ਆਪਣੇ ਸੁਪਨਿਆਂ ਦੇ ਸਮੁੰਦਰ ਵਿੱਚ ਤੇ ਮੈਂ ਆਖਿਆ ਸੀ ਮੇਰੇ ਸੋਹਣੇ ਸੱਜਣਾ ਮੈਂ ਤੇਰੀ ਜ਼ਿੰਦਗੀ ਦੇ ਸਮੁੰਦਰ ਵਿੱਚ ਮੱਛਲੀ ਬਣ ਕੇ ਤੈਰਾਂਗੀ। ਤੇ ਅੱਜ ਤੈਰਦੇ ਤੈਰਦੇ ਸਮੁੰਦਰ ਦੀਆਂ ਡੂੰਘਾਈਆਂ ਨਾਪਦੇ ਵਕਤ ਦਾ ਪਤਾ ਹੀ ਨਾ ਚੱਲਿਆ। ਕਈ ਤੂਫਾਨ ਤੇ ਕਈ ਛੱਲਾਂ ਵਕਤ ਦਾ ਪਹੀਆ ਠੇਲਦੇ ਖੱਟੇ ਮਿੱਠੇ ਪਲ ਕਦੇ ਦੋ ਵਿੱਚ ਦੋ ਜੋੜਦੇ ਕਦੇ ਦੋ ਵਿੱਚ ਦੋ ਘਟਾਓ ਕਰਦੇ। ਹੁਸੀਨ ਜ਼ਿੰਦਗੀ ਦੇ ਪਾਣੀ ਵਿੱਚ ਡੁਬਕੀਆਂ ਲਾਉਂਦੇ ਮਛਲੀਆਂ ਤੇ ਘੋਗਿਆਂ ਸੰਗ ਅਟਕੇਲੀਆਂ ਕਰਦੇ। ਤਾਰਿਆਂ ਦੀ ਰੋਸ਼ਨੀ ਸਿੱਧੀ ਸਮੁੰਦਰ ਦੀ ਹਿੱਕ ਵਿੱਚ ਵੱਜਦੀ ਨੂੰ ਫੜਦਿਆਂ ਰੂਹ ਦੀ ਮਹਿਕ ਨਾਲ ਜੀਵਦਿਆਂ ਹਰ ਪਲ ਪਤਾਸਿਆਂ ਸੰਗ ਘੁਲ ਮਿਲ ਗਏ। ਤੇ ਇੱਕ ਕਵਿਤਾ ਮੈਂ ਤੁਹਾਨੂੰ ਹੋਰ ਤੁਹਾਡੇ ਨਾਲ ਸਾਂਝੀ ਕਰੂੰਗੀ। ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਮੈਨੂੰ ਪਤਾ ਹੈ ਹੱਥ ਲਾਉਣ ਨਾਲ ਬੁਝਣਗੇ ਮਿਟ ਜਾਣਗੇ ਲੇਕਿਨ ਸੰਘਰਸ਼ ਕਰਾਂਗੀ। ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਮੈਂ ਸਵੇਰੇ ਉੱਠਾਂਗੀ ਬਾਰ ਖੋਲਾਂਗੀ ਘਾਹ ਤੇ ਪਈਆਂ ਤਰੇਲ ਬੂੰਦਾਂ ਨੂੰ ਹੱਥ ਵਿੱਚ ਲਵਾਂਗੀ। ਉਹ ਘੂਰੇਗਾ ਦੂਸ਼ਿਤ ਹੋ ਜਾਣਗੀਆਂ ਨਾਸ਼ ਹੋ ਇਹਨਾਂ ਨੂੰ। ਇਹ ਕੁਦਰਤ ਦਾ ਅਨਮੋਲ ਤੋਹਫਾ ਖਰਾਬ ਕਰਨ ਵਿੱਚ ਮੈਂ ਫੇਰ ਗੁਸਤਾਖੀ ਕਰਾਂਗੀ। ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਮੈਂ ਉਹਦੇ ਅਕਸ ਨੂੰ ਪਛਾਣਨ ਲਈ ਮੂਲ ਜਜ਼ਬਾਤ ਨੂੰ ਜਾਣਨ ਲਈ ਰੋਹੀਆਂ ਸਰਕੰਡਿਆਂ ਉਜਾੜਾਂ ਵਿੱਚ ਜਾਵਾਂਗੀ। ਕਿੱਕਰ ਜੰਡ ਕਰੀਰ ਕਲਾਵਿਆਂ ਚ ਲਵਾਂਗੀ। ਚੀਸਾਂ ਪੀੜਾਂ ਦੇ ਸੇਕ ਜਿਸਮ ਤੇ ਸਹਾਂਗੀ। ਮੈਂ ਨਹੀਂ ਹਰਾਂਗੀ। ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਤਾਣੇ ਬਾਣੇ ਦੇ ਮੱਕੜ ਜਾਲ ਤੋਂ ਸੁਰਖਰੂ ਹੋ ਕੇ ਇਹ ਸਾਰੇ ਤਾਣੇ ਬਾਣੇ ਦੇ ਮੱਕੜ ਜਾਲ ਤੋਂ ਸੁਰਖਰੂ ਹੋ ਕੇ ਜਾ ਵੜਦੀ ਹਾਂ ਤਪਦੇ ਮਾਰੂ ਰੇਤ ਵਿੱਚ ਜੋ ਲੂ ਕੇ ਰੱਖ ਦਿੰਦੇ ਨੇ ਨਰਮ ਤਲੀਆਂ ਪਲਾਂ ਵਿੱਚ। ਪਲਾਂ 'ਚ ਭੁੱਲ ਜਾਂਦੀ ਹਾਂ ਉਹ ਲੂੰਦੀ ਰੇਤ ਨੂੰ ਤੇ ਜੱਖ ਠੰਡੀ ਰੇਤ ਵਰਚਾਵੇਗੀ ਉਦਰੇਵੇਂ। ਪਰ ਫਿਤਰਤ ਦਾ ਕੀ ਕਰਾਂ ਰੇਤ ਤੱਤੀ ਜੋ ਲੂੰਦੀ ਸੀ ਠੰਡੀ ਜੋ ਮਨ ਨੂੰ ਹੁੰਦੀ ਸੀ। ਇੱਕ ਵਾਰ ਤੁਹਾਡਾ ਸਾਰਿਆਂ ਦਾ ਫਿਰ ਬਹੁਤ ਧੰਨਵਾਦ। ਜੀ ਆਇਆਂ। ਧੰਨਵਾਦ ਪਰਮਜੀਤ ਜੀ। ਪ੍ਰੋਗਰਾਮ ਆਲਮੋਸਟ ਸਮਾਪਤੀ ਹੈ ਪਰ ਹੀਰਾ ਜੀ ਹੁਣੇ ਪ੍ਰਵੇਸ਼ ਹੋਏ ਨੇ ਪੰਡਾਲ ਦੇ ਵਿੱਚ। ਮੈਂ ਚਾਹਾਂਗਾ 1 ਮਿੰਟ ਹੀਰਾ ਸਾਹਿਬ, ਇਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਹੋਏਗੀ। ਹੀਰਾ ਰੰਧਾਵਾ ਰੰਗਕਰਮੀ ਨੇ ਸਾਡੇ ਸ਼ਹਿਰ ਦੇ, ਕਾਫੀ ਸਮਾਂ ਇਹਨਾਂ ਨੇ ਨਾਟਕ ਪਰਮਜੀਤ ਦੇ ਨਾਲ ਕਾਫੀ ਨਾਟਕ ਵੀ ਕੱਢੇ ਨੇ। ਮੈਂ ਚਾਹਾਂਗਾ ਕੁਝ ਸ਼ਬਦ ਵੀ ਬੋਲਣ ਹੀਰਾ ਰੰਧਾਵਾ ਜੀ। ਦੋਸਤੋ ਲਫ਼ਜ਼ ਤਾਂ ਕਹੇ ਜਾ ਚੁੱਕੇ ਨੇ, ਮੇਰੇ ਹਿੱਸੇ ਦੇ ਵੀ ਲਫ਼ਜ਼ ਲੱਭ ਰਿਹਾ ਕਿਧਰੋਂ ਸ਼ਾਇਦ ਕੋਈ ਲਫ਼ਜ਼ ਤੇ ਆ ਜਾਵੇ। ਜਿਵੇਂ ਸਭ ਨੂੰ ਪਤਾ ਹੀ ਹੈ ਕਿ ਗੀਤ ਸਾਡੇ ਜੀਵਨ ਦਾ ਅਟੁੱਟ ਅੰਗ ਨੇ। ਇੱਕ ਮਨੁੱਖ ਲੋਰੀਆਂ 'ਚ ਜੰਮਦਾ ਹੈ ਤੇ ਅਲਾਉਣੀਆਂ 'ਚ ਜਾ ਕੇ ਮੁੱਕ ਜਾਂਦਾ ਹੈ ਤੇ ਸਾਰਾ ਸਮਾਂ ਜੀਵਨ ਦੇ ਵਿੱਚ ਗੀਤ ਚੱਲਦੇ ਰਹਿੰਦੇ ਨੇ। ਤੇ ਉਹਨਾਂ ਗੀਤਾਂ ਨੂੰ ਰਚਣ ਵਾਲੇ ਸ਼ਾਇਰ ਜਾਂ ਕਵੀ ਜਨ ਇਹ ਸਾਡੇ ਸਾਹਿਤ ਦਾ ਸਰਮਾਇਆ ਹੁੰਦੇ ਨੇ।
ਜੋ ਆਪਣੀ ਵਿਲੱਖਣ ਸ਼ਖਸੀਅਤ ਨਾਲ ਆਪਣੀ ਕਲਮ ਨਾਲ ਸਾਨੂੰ ਸਮੇਂ ਬਾ ਸਮੇਂ ਸੇਧ ਦਿੰਦੇ ਰਹਿੰਦੇ ਨੇ। ਸੋ ਦਿਓਲ ਪਰਮਜੀਤ ਦੀ ਜਿਹੜੀ ਪਹਿਲੀ ਪਲੇਟੀ ਦੀ ਪੁਸਤਕ ਆਈ ਹੈ, ਇਹਦੇ ਵਿੱਚ ਦੀਆਂ ਕਵਿਤਾਵਾਂ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ। ਠੀਕ, ਕਿਉਂਕਿ ਬਹੁਤ ਸਾਰੀ ਚਰਚਾ ਹੋ ਗਈ ਕਵਿਤਾਵਾਂ ਬਾਰੇ, ਮੇਰਾ ਕੋਈ ਏਡਾ ਵੱਡਾ ਵਿਦਵਾਨ ਨਹੀਂ ਕਿ ਜਿਹੜਾ ਆਲੋਚਕ ਦੀ ਨਜ਼ਰ ਨਾਲ ਇਹਨੂੰ ਵੇਖ ਸਕਾਂ, ਪਰ ਫਿਰ ਵੀ ਇਹਨਾਂ ਕਵਿਤਾਵਾਂ ਵਿੱਚ ਪਹਾੜੀ ਝਰਨੇ ਵਾਂਗੂ ਇਹ ਫੁੱਟਦੀ ਹੈ ਕਵਿਤਾ ਹੈ, ਫਿਰ ਪਹਾੜੀ ਨਦੀ ਵਾਂਗ ਸਰਪਟ ਦੌੜਦੀ ਹੈ ਮੈਦਾਨਾਂ ਵਾਂਗ, ਫਿਰ ਜਿੱਦਾਂ ਕਿਤੇ ਅੱਗੇ ਕੋਈ ਚਟਾਨ ਆ ਜਾਂਦੀ ਹੈ ਜਾਂ ਪੱਥਰ ਆ ਜਾਂਦੇ ਆ ਉਹਨੂੰ ਰੋਕ ਲੱਗਦੀ ਹੈ, ਪਰ ਫਿਰ ਉਹ ਪਾਣੀ ਉਹਦਾ ਆਪਣਾ ਵਹਾਅ ਬਣਾ ਕੇ ਅਗਾਂਹ ਨੂੰ ਸਮੁੰਦਰ ਵੱਲ ਨੂੰ ਤੁਰ ਪੈਂਦੀ ਹੈ ਆਪਣੀ ਲਗਨ ਦੇ ਵਿੱਚ ਮਸਤ। ਔਰ ਇਹਨਾਂ ਕਵਿਤਾਵਾਂ ਵਿੱਚ ਜੋ ਇਹਨਾਂ ਨੇ ਵਿਸ਼ੇਸ਼ ਹੋਏ ਨੇ, ਭਾਵੇਂ ਭਰੂਣ ਹੱਤਿਆ ਦਾ ਹੈ, ਭਾਵੇਂ ਮਾਂ ਨਾਲ ਸੰਵਾਦ ਹੈ, ਜਾਂ ਪਿਓ ਦੀ ਜਿਹੜੀ ਵਿੱਚ ਨੇ ਜਿੱਦਾਂ ਆਪਣੇ ਸੱਭਿਆਚਾਰ ਦਾ ਅੰਗ ਹੈ ਕਿ ਜਦੋਂ ਲੜਕੀ ਜਵਾਨ ਹੁੰਦੀ ਹੈ ਤੇ ਉਹਨੂੰ ਦਸੂਤੀ ਦੀ ਚਾਦਰ ਲਿਆ ਦਿੰਦੇ ਆ ਸੀਣ ਲਈ, ਸਿਲਾਈ ਦਾ ਕੰਮ, ਤੇ ਪਹਿਲਾ ਤੋਪਾ ਪਿਓ ਦੇ ਪੱਟਿਆਂ ਵਾਲੀ ਪੱਲੀ ਨੂੰ ਲਾਉਣ ਦੀ ਜਿਹੜੀ ਗੱਲ ਹੈ ਬਹੁਤ ਖੂਬਸੂਰਤ ਢੰਗ ਨਾਲ ਇਹਨੇ ਕਹੀ ਹੈ। ਠੀਕ ਜਿੱਦਾਂ ਪਾਣੀ ਦੇ ਬੁਲਬੁਲਿਆਂ ਨੂੰ ਫੜਨ ਦੀ ਗੱਲ ਹੈ, ਇਹ ਵਿਡੰਬਣਾ ਹੈ ਕਿ ਇੱਕ ਪਹਿਲਾਂ ਬਹੁਤ ਸਾਰਾ ਪਹਿਲਾਂ ਸਮਾਂ ਇੱਕ ਇਤਿਹਾਸ ਦੀ ਕਹਾਣੀ ਹੈ ਕਿ ਇੱਕ ਜਿਹੜਾ ਸੰਤ ਸੀਗਾ ਉਹ ਕਿਸੇ ਟੂਏ ਨੂੰ ਫੜਦਾ ਸੀ, ਬਾਰ-ਬਾਰ ਟੂਆਂ ਨੂੰ ਡੰਗ ਮਾਰਦਾ ਸੀਗਾ, ਫਿਰ ਉਹ ਤੇ ਕਹਿੰਦੇ ਬਾਰ-ਬਾਰ ਬੁਲਬੁਲਿਆਂ ਨੂੰ ਫੜਾਂਗੇ। ਇਹ ਵੀ ਇੱਕ ਆਪਣੇ ਆਪ 'ਚ ਇੱਕ ਮਹਾਨ ਗੱਲ ਹੈ, ਕਈ ਵਾਰੀ ਅਚੇਤ ਮਣੀ ਹੋ ਜਾਂਦੀ ਹੈ, ਪਰ ਇਹ ਅੱਜ ਦੀ ਚਰਚਿਤ ਕਵਿਤਾ ਜਿਹੜੀ ਆ ਪਰਮਜੀਤ ਦਿਓਲ ਦੀ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ। ਸੋ ਬਹੁਤ ਵਧੀਆ ਕਿਤਾਬ ਛਪੀ ਹੈ, ਛਪਾਈ ਵੀ ਬਹੁਤ ਵਧੀਆ ਹੈ, ਔਰ ਮੈਨੂੰ ਪਤਾ ਕਿ ਮੈਡਮ ਕਮਲਜੀਤ ਉਹਨਾਂ ਦਾ ਬਹੁਤ ਹੱਥ ਹੈ ਸਾਰੇ ਕਾਸੇ ਵਿੱਚ, ਭਾਵੇਂ ਕੋਈ ਇੱਕ ਅੱਧੀ ਗ੍ਰਾਮਰ ਦੀ ਗਲਤੀ ਰਹਿ ਗਈ ਹੋਵੇ, ਕੋਈ ਨਹੀਂ, ਉਹ ਹੋ ਜਾਏਗੀ ਅਗਲੀ ਪੁਸਤਕ ਵਿੱਚ ਠੀਕ। ਫਿਰ ਵੀ ਇੱਕ ਮੈਂ ਹੋਰ ਗੱਲ ਪਰਮਜੀਤ ਉਹਨਾਂ ਬਾਰੇ ਕਹਾਂ ਕਿ ਜਿੱਦਾਂ ਬੜੇ ਮੋਕਲੇ ਢੰਗ 'ਚ ਇਹਨਾਂ ਨੇ ਆਪਣੀ ਕਵਿਤਾ ਕਹੀ, ਬੜੇ ਸਿੱਧੇ ਸਾਦੇ ਲਫ਼ਜ਼ਾਂ ਵਿੱਚ, ਕੋਈ ਗੁੰਝਲਦਾਰ ਨਹੀਂ, ਬਹੁਤ ਰਵਾਨਗੀ ਹੈ ਕਵਿਤਾ ਦੇ ਵਿੱਚ। ਇਸੇ ਤਰ੍ਹਾਂ ਇਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਬੜੀ ਰਵਾਨਗੀ ਹੈ। ਪਿਛਲੇ ਕਾਫੀ ਸਮੇਂ ਤੋਂ ਮੇਰੇ ਨਾਲ ਪਰਮਜੀਤ ਦਿਓਲ ਹੋਣੀ ਜੁੜੇ ਹੋਏ ਨੇ, ਨਾਟਕਾਂ ਦੇ ਖੇਤਰ ਵਿੱਚ ਕਾਫੀ ਪ੍ਰੋਡਕਸ਼ਨਾਂ ਅਸੀਂ ਇਕੱਠੀਆਂ ਕੀਤੀਆਂ ਨੇ, ਤੇ ਸਾਡੀ ਇਹਦੇ ਅਸਲ ਦਾ ਜਿਹੜਾ ਕੇਂਦਰ ਇਹਨਾਂ ਦਾ ਘਰ ਹੁੰਦਾ ਆ, ਜਿੱਥੇ ਚਾਹ ਪਾਣੀ ਤੋਂ ਲੈ ਕੇ ਰੋਟੀ ਪਾਣੀ ਤੇ ਹੋਰ ਵੀ ਬੜਾ ਕੁਛ ਤੀਰਥ ਦਿਓਲ ਹੋਣੀ ਦਿਨ ਰਾਤ ਸਾਡੀ ਟੀਮ ਦੀ ਸੇਵਾ ਕਰਦੇ ਨੇ। ਮੈਂ ਇਸ ਪਲੇਠੀ ਦੀ ਪੁਸਤਕ ਨੂੰ ਜੀ ਆਇਆਂ ਆਖਦਾ ਹੋਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬਰਦਾਸ਼ਤ ਕੀਤਾ। ਧੰਨਵਾਦ। ਧੰਨਵਾਦ ਹੀਰਾ ਰੰਧਾਵਾ ਜੀ। ਹੁਣ ਮੈਨੂੰ 1 ਮਿੰਟ ਢਿੱਲੋਂ ਸਾਹਿਬ ਦਾ ਗੁਜ਼ਾਰਿਸ਼ ਕਰਾਂਗਾ ਪਰਮਜੀਤ ਢਿੱਲੋਂ, ਤੇ ਇਹ ਸਾਡੇ ਆਖਰੀ ਬੁਲਾਰੇ ਨੇ, ਇਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਹੋਏਗੀ। ਢਿੱਲੋਂ ਸਾਹਿਬ। ਕਵਿਤਾ ਬਲਸਬ ਅੱਜ ਸਿਚੁਏਸ਼ਨ ਹੋ ਸਕਦੀ ਹੈ, ਕਿਹਦਾ ਨਾਂ ਲਵਾਂ ਤੇ ਕਿਹਨੂੰ ਕਰਾਂ ਮੈਂ ਗੁੱਸੇ, ਬੜੇ ਹੀ ਔਖੇ ਹੁੰਦੇ ਸਾਹਿਤਕਾਰ ਮਨਾਉਣੇ ਰੁੱਸੇ। ਸੋ ਮੈਂ ਗੁੱਸੇ ਨਾ ਕਰਦਾ ਹੋਇਆ ਪ੍ਰਧਾਨਗੀ ਮੰਡਲ ਦੀ ਹਾਜ਼ਰੀ ਵਿੱਚ ਜਿੰਨੇ ਵੀ ਬੁਲਾਰੇ ਬੋਲ ਕੇ ਗਏ ਨੇ, ਗੁਰਦਾਸ ਮਿਨਹਾਸ ਵਾਂਗੂ ਉਹਨਾਂ ਤੇ ਸਹੀ ਮਾਰਦਾ ਹੋਇਆ ਤੀਰਥ ਦਿਓਲ ਔਰ ਪਰਮਜੀਤ ਦਿਓਲ ਨੂੰ ਵਧਾਈ ਦੇਣਾ ਤੇ ਧੰਨਵਾਦ। ਥੈਂਕ ਯੂ। ਲੋ ਜੀ, ਪਰਮਜੀਤ ਹੋਰਾਂ ਨੇ 2 ਲਾਈਨਾਂ ਦੇ ਵਿੱਚ ਹੀ ਸਾਰਾ ਕਹਿੰਦੇ ਕਾਗਜ਼ ਤੋਂ ਸਾਗਰ ਭਰ ਦਿੱਤਾ। ਜ਼ਿਆਦਾ ਸਮਾਂ ਨਹੀਂ ਲਿਆ, 1 ਮਿੰਟ ਦਾ ਟਾਈਮ ਦਿੱਤਾ ਸੀ, ਪਰ ਉਹ ਤੋਂ ਵੀ ਘੱਟ ਸਮਾਂ ਲਿਆ। ਬਹੁਤ ਬਹੁਤ ਤੁਹਾਡਾ ਧੰਨਵਾਦ। 31 ਮਾਰਚ ਨੂੰ ਕਲਮ ਫਾਊਂਡੇਸ਼ਨ ਵੱਲੋਂ ਜੋ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ ਵਿਲੇਜ ਆਫ ਇੰਡੀਆ ਦੇ ਵਿੱਚ, ਉਹਦਾ ਪ੍ਰੋਗਰਾਮ 2 ਵਜੇ ਤੋਂ ਲੈ ਕੇ 6 ਵਜੇ ਤੱਕ ਹੋਏਗਾ। ਸੋ ਆਪ ਸਭ ਕਵੀ ਜਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਵਿਲੇਜ ਆਫ ਇੰਡੀਆ 31 ਮਾਰਚ। ਧੰਨਵਾਦ। ਅੱਜ ਅਸੀਂ ਇੱਥੇ ਇੱਕ ਕਿਤਾਬ ਦੇ ਸਿਲਸਿਲੇ ਵਿੱਚ ਇਕੱਠੇ ਹੋਏ ਹਾਂ। ਇਹ ਕਿਤਾਬ ਦਿਓਲ ਪਰਮਜੀਤ ਵੱਲੋਂ ਲਿਖੀ ਗਈ ਹੈ, ਤਾਂ ਜਿਸ ਦਾ ਨਾਮ ਹੈ ਸਾਹਾਂ ਦੀ ਪੱਤਰੀ। ਸੋ ਝਾਂਜਰ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਦੀ ਜਾਣਕਾਰੀ ਲਈ ਅਸੀਂ ਇਹ ਗੱਲ ਦੱਸਦੇ ਹਾਂ ਕਿ ਇਹ ਕਿਤਾਬ
ਕਵਿਤਾਵਾਂ, ਗੀਤਾਂ, ਗਜ਼ਲਾਂ ਦੀ ਕਿਤਾਬ ਹੈ ਤੇ ਜਿਸ ਨੂੰ ਬੜੀ ਖੂਬਸੂਰਤੀ ਨਾਲ ਪਰਮਜੀਤ ਦਿਓਲ ਨੇ ਲਿਖਿਆ ਹੈ। ਤੇ ਦਿਓਲ ਪਰਮਜੀਤ ਸਾਡੇ ਸ਼ਹਿਰ ਦੀ ਬਹੁਤ ਅੱਛੀ ਕਵਿੱਤਰੀ ਹੈ ਤੇ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਮੈਂ ਉਹਨਾਂ ਦੀਆਂ ਕਵਿਤਾਵਾਂ ਨੂੰ ਸੁਣਿਆ, ਉਹਨਾਂ ਦੇ ਗੀਤਾਂ ਨੂੰ ਮਾਣਿਆ। ਤੇ ਅੱਜ ਜਦੋਂ ਇਸ ਸਮਾਗਮ ਦੇ ਵਿੱਚ ਅਸੀਂ ਆਏ ਹਾਂ ਤੇ ਇਸ ਪੁਸਤਕ ਤੇ ਪੇਪਰ ਪੜ੍ਹੇ ਗਏ ਨੇ, 2 ਪੇਪਰ ਪੜ੍ਹੇ ਗਏ ਨੇ ਤੇ ਇੱਕ ਪੇਪਰ ਸੀਗਾ ਗੁਰਬਖਸ਼ ਸਿੰਘ ਭੰਡਾਲ, ਡਾਕਟਰ ਗੁਰਬਖਸ਼ ਸਿੰਘ ਭੰਡਾਲ ਸਾਹਿਬ ਦਾ, ਤੇ ਦੂਸਰਾ ਪੇਪਰ ਸੀ ਕੁਲਵਿੰਦਰ ਖਹਿਰਾ ਜੀ ਦਾ। ਤੇ ਉਸ ਤੋਂ ਇਲਾਵਾ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਸਾਡੇ ਇੱਥੇ GTA ਦੀਆਂ ਨੇ ਉਹ ਇੱਥੇ ਇਕੱਤਰ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਵਿਦਵਾਨ ਲੇਖਕ ਵੀ ਇਕੱਤਰ ਹੋਏ ਨੇ ਤੇ ਇਹਦੇ ਵਿੱਚ ਸਾਰਿਆਂ ਨੇ ਆਪੋ ਆਪਣੇ ਇਸ ਪੁਸਤਕ ਬਾਰੇ ਵਿਚਾਰ ਦਿੱਤੇ ਨੇ। ਤੇ ਮੈਂ ਪਰਮਜੀਤ ਦਿਓਲ ਨੂੰ, ਉਹਨਾਂ ਦੇ ਪਰਿਵਾਰ ਨੂੰ ਇਸ ਪੁਸਤਕ ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਤੇ ਮੈਂ ਸਮਝਦਾ ਕਿ ਸਾਡੇ ਇੱਥੇ ਇੱਕ ਸਾਹਿਤਕ ਮਾਹੌਲ ਦੇ ਵਿੱਚ, ਸਾਡੇ ਸਾਹਿਤਕ ਜਗਤ ਦੇ ਵਿੱਚ ਇਸ ਪੁਸਤਕ ਦੇ ਆਉਣ ਨਾਲ ਇੱਕ ਵਾਧਾ ਹੋਇਆ ਤੇ ਮੈਂ ਝੰਜ ਟੈਲੀਵਿਜ਼ਨ ਦਾ ਵੀ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਇੱਥੇ ਆ ਕੇ ਇਸ ਸਾਰੇ ਪ੍ਰੋਗਰਾਮ ਨੂੰ ਕਵਰੇਜ ਦਿੱਤੀ ਹੈ। ਅੱਜ ਮੈਂ ਇਹ ਸਾਹਾਂ ਦੀ ਪੱਤਰੀ ਕਿਤਾਬ ਜਿਹੜੀ ਆ ਦਿਓਲ ਪਰਮਜੀਤ ਦੀ, ਉਹਦੀ ਲਾਂਚਿੰਗ, ਉਹਦੀ ਘੁੰਡ ਚਕਾਈ ਕਹਿ ਲਓ, ਉੱਤੇ ਆਇਆ ਹੋਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਭਾਰੀ ਗਿਣਤੀ ਵਿੱਚ ਸਾਹਿਤਕਾਰ ਇੱਥੇ ਆਏ ਹੋਏ ਆ। ਤੇ ਇਦੋਂ ਵੀ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਕੈਨੇਡਾ ਦੀ ਧਰਤੀ ਉੱਤੇ, ਵਿਦੇਸ਼ਾਂ ਦੀ ਧਰਤੀਆਂ ਉੱਤੇ, ਜਿਵੇਂ ਅਮਰੀਕਾ ਵਿੱਚ ਵੀ, ਜਰਮਨੀ ਵਿੱਚ ਵੀ, ਇੰਗਲੈਂਡ ਵਿੱਚ ਵੀ, ਆਸਟ੍ਰੇਲੀਆ ਵਿੱਚ ਵੀ ਪੰਜਾਬੀ ਸਾਹਿਤ ਦਾ ਬੜਾ ਵਿਕਾਸ ਹੋ ਰਿਹਾ, ਵਿਸਥਾਰ ਹੋ ਰਿਹਾ। ਲੋਕ ਆਪਣੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆ ਗਏ, ਲੋਕੀ ਆਪਣੇ ਦੋਸਤਾਂ ਮਿੱਤਰਾਂ ਨੂੰ ਛੱਡ ਕੇ ਆ ਗਏ, ਆਪਣੀਆਂ ਜਾਇਦਾਦਾਂ ਛੱਡ ਕੇ ਆ ਗਏ, ਪਰ ਉਹਨਾਂ ਨੇ ਆਪਣੀ ਮਾਤ ਭਾਸ਼ਾ ਨਾਲ ਮੋਹ ਨਹੀਂ ਤਿਆਗਿਆ। ਮੋਹ ਉਵੇਂ ਦਾ ਉਵੇਂ ਕਾਇਮ ਹੈ। ਔਰ ਜਿਨ੍ਹਾਂ ਦੇ ਅੰਦਰ ਚਿਣਗ ਸੀ, ਜਿਨ੍ਹਾਂ ਦੇ ਅੰਦਰ ਥੋੜ੍ਹਾ ਬਹੁਤ ਉਹ ਸੀ ਨਾ, ਕਣ ਸੀ ਕਵਿਤਾ ਦਾ, ਸਾਹਿਤ ਦਾ, ਉਹਨਾਂ ਨੇ ਜ਼ਿੰਦਾ ਰੱਖਿਆ। ਤੇ ਪਰਮਜੀਤ ਨੂੰ ਮੈਂ, ਦਿਓਲ ਪਰਮਜੀਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹ ਤੋਂ ਆਸ ਕਰੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਤੋਂ ਵੀ ਖੂਬਸੂਰਤ ਵਧੀਆ ਕਵਿਤਾਵਾਂ ਪੰਜਾਬੀ ਸਾਹਿਤ ਵਿੱਚ, ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਣਗੇ। ਧੰਨਵਾਦ। ਪਰਮਜੀਤ ਦਿਓਲ ਦੀ ਇਹ ਸਾਹਾਂ ਦੀ ਪੱਤਰੀ ਜਿਹੜੀ ਪਲੇਠੀ ਪੁਸਤਕ ਹੈ, ਇਹ ਉਸ ਦੇ ਧੁਰ ਅੰਦਰ ਰੂਹ ਦੀ ਕੂਕ ਜਾਂ ਹੇਕ ਜਾਂ ਹੂਕ ਜਾਂ ਉਸ ਦੀ ਆਵਾਜ਼ ਜਾਂ ਉਸ ਦਾ ਪ੍ਰਗਟਾ ਹੈ। ਔਰ ਮੈਂ ਸਮਝਦਾ ਹਾਂ ਕਿ ਇਸ ਕਵਿਤਾ ਦੇ ਵਿੱਚ ਜਿਹੜੀ ਇਸਨੇ ਇਕੱਠੀ ਕੀਤੀ, ਆਪਣੀ ਕਵਿਤਾਵਾਂ ਲਿਖੀਆਂ ਨੇ, ਉਹਦੇ ਵਿੱਚ ਉਸ ਨੇ ਆਪਣੀ ਰੂਹ ਭਰੀ ਹੈ। ਉਸ ਨੇ ਕੋਈ ਜਿਹਨੂੰ ਕਹਿੰਦੇ ਨਾ ਭਈ ਫਰਜ਼ੀ ਜਾਂ ਬਨਾਵਟੀ ਗੱਲਾਂ ਨਹੀਂ ਕੀਤੀਆਂ ਜਿਹੜੇ ਕਿ ਅਕਸਰ ਕਵੀ ਕਰਦੇ ਨੇ। ਉਸ ਨੇ ਆਪਣੀ ਰੂਹ ਸਾਡੇ ਸਾਹਮਣੇ ਨੰਗੀ ਕੀਤੀ ਹੈ ਔਰ ਇਸ ਨੂੰ ਮੈਂ ਕਵਿਤਾ ਕਹਿਣਾ। ਬਸ ਇਹ ਮੇਰੀ ਗੱਲ। ਧੰਨਵਾਦ। ਹਾਂਜੀ, ਪਰਮਜੀਤ ਦਿਓਲ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ। ਨਵੀਂ ਕਿਤਾਬ ਤੇ ਪ੍ਰਮਾਤਮਾ ਕਰੇ ਇਦੋਂ ਵੀ ਵਧੀਆ ਤੁਸੀਂ ਹੋਰ ਲਿਖੋ ਤੇ ਤੁਹਾਡੀ ਜਿਹੜੀ ਕਲਮ ਆ ਉਹ ਸਲਾਮਤ ਰਹੇ। ਸ਼ੁਕਰੀਆ ਜੀ। ਅੱਜ ਮੈਨੂੰ ਦਿਓਲ ਪਰਮਜੀਤ ਜੀ ਦੀ ਕਿਤਾਬ ਸਾਹਾਂ ਦੀ ਪੱਤਰੀ ਦੇ ਲੋਕ ਅਰਪਣ ਸਮਾਰੋਹ ਵਿੱਚ ਸ਼ਾਮਲ ਹੋ ਕੇ ਦਿਲੀ ਖੁਸ਼ੀ ਮਿਲੀ ਹੈ। ਪਰਮਜੀਤ ਨੇ ਸਾਡੇ ਪੁਰਾਣੇ ਪੰਜਾਬੀ ਸੱਭਿਆਚਾਰ ਦੇ ਬਿੰਬ ਲੈ ਕੇ ਆਪਣੇ ਦਿਲ ਦੇ ਜਿਹੜੇ ਵਲਵਲੇ ਹੈ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਮੈਂ ਬਾਰ-ਬਾਰ ਪਾਣੀ ਦੇ ਵਲਵਲਿਆਂ ਨੂੰ ਫੜਾਂਗੀ ਇਸ ਕਿਤਾਬ ਦਾ ਹਾਸਲ ਹੈ। ਮੈਂ ਪਰਮਜੀਤ ਦਿਓਲ ਜੀ ਨੂੰ ਉਹਨਾਂ ਦੀ ਪਲੇਠੀ ਕਿਤਾਬ ਸਾਹਾਂ ਦੀ ਪੱਤਰੀ ਦੇ ਲੋਕ ਅਰਪਣ ਦੇ ਵਧਾਈ ਦਿੰਦਾ ਹਾਂ ਤੇ ਆਸ ਰੱਖਦਾ ਹਾਂ ਉਹ ਪੰਜਾਬੀ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਹੋਰ ਵੀ ਅਮੋਲਕ ਕਿਤਾਬਾਂ ਤੇ ਰਚਨਾਵਾਂ ਪਾਉਣਗੇ। ਮੇਰੇ ਵੱਲੋਂ ਉਹਨਾਂ ਨੂੰ ਇੱਕ ਵਾਰ ਫੇਰ ਮੁਬਾਰਕਬਾਦ। ਮੇਰਾ ਨਾਂ ਰਾਜਪਾਲ ਸੰਗੋਠੀ ਹੈ ਜੀ। ਅੱਜ ਪਰਮਜੀਤ ਦਿਓਲ ਦੀ ਕਿਤਾਬ ਸਾਹਾਂ ਦੀ ਪੱਤਰੀ ਦੀ ਘੁੰਡ ਚੁਕਾਈ ਹੋਈ, ਇਸ ਦੇ ਉੱਤੇ ਪਰਮਜੀਤ ਦਿਓਲ ਨੂੰ, ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ। ਪਰਮਜੀਤ ਕੋਲ ਇੱਕ ਉੱਭਰਦੀ ਹੋਈ ਕਵਿੱਤਰੀ ਹੈ ਜੋ ਕੋਈ ਪਿਛਲੇ 20 ਸਾਲਾਂ ਤੋਂ ਲਿਖ ਰਹੀ ਹੈ, ਪਰ ਇਹ ਉਹਨਾਂ ਦੀ ਪਹਿਲੀ ਪਲੇਠੀ ਕਾਵਿ ਪੁਸਤਕ ਹੈ ਜਿਸ ਦੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਹਾਂਜੀ, ਸਾਰੇ ਝਾਂਜਰ TV ਵਾਲੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੇਰੀ ਬੁੱਕ ਸਾਹਾਂ ਦੀ ਪੱਤਰੀ ਰਿਲੀਜ਼ ਕੀਤੀ ਸੀਗੀ ਤੇ ਉਹਦੇ ਉੱਤੇ ਸਾਰੇ ਵਿਦਵਾਨ ਸੱਜਣਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਹੜੇ ਇਸ ਮੌਕੇ 'ਤੇ ਪਹੁੰਚੇ ਆ ਅਤੇ ਮੈਨੂੰ ਅਸ਼ੀਰਵਾਦ ਦਿੱਤਾ ਆ ਅਤੇ ਮੈਨੂੰ ਬਹੁਤ ਵਧੀਆ ਲੱਗਾ ਹੈ। ਪਰਮਜੀਤ ਦਿਓਲ ਦੀ ਕਿਤਾਬ ਸਾਹਾਂ ਦੀ ਪੱਤਰੀ ਦੀ ਅੱਜ ਜੋ ਘੁੰਡ ਚੁਕਾਈ ਹੋਈ ਹੈ, ਬਹੁਤ ਹੀ ਖੁਸ਼ੀ ਦਾ ਮੌਕਾ ਹੈ। ਔਰ ਇੱਥੇ ਮੈਂ ਸਮਝਦਾ ਕਿ ਜਿਹੜੇ
ਐਡੀ ਵੱਡੀ ਗਿਣਤੀ 'ਚ ਸਾਰੇ ਸਾਹਿਤਕਾਰ ਜਿਹੜੇ ਵੱਖ-ਵੱਖ ਸਾਹਿਤ ਸਭਾਵਾਂ ਤੋਂ ਇੱਥੇ ਪਹੁੰਚੇ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਮੈਂ ਇਹਦੇ ਵਿੱਚ ਪਰਮਜੀਤ ਦਿਓਲ ਦੀ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੈ। ਉਹ ਇੱਕ ਇਹੋ ਜਿਹੀ ਕਵਿੱਤਰੀ ਹੈ ਜਿਹੜੀ ਕਿਸੇ ਜਿਹੜੀਆਂ ਬੰਦਿਸ਼ਾਂ ਜੋ ਵਲਗਣਾ ਉਹਨਾਂ ਦੇ ਵਿੱਚ ਕੈਦ ਨਹੀਂ ਹੈਗੀ। ਉਹ ਬਹੁਤ ਖੁੱਲ੍ਹੇ ਵਿਚਾਰਾਂ ਵਾਲੀ ਹੈ। ਉਹ ਹਰ ਤਰ੍ਹਾਂ ਦੇ ਜੋ ਫੰਕਸ਼ਨ, ਸਾਹਿਤਕ ਫੰਕਸ਼ਨ ਹੁੰਦੇ ਆ, ਹਰ ਇੱਕ ਦੇ ਵਿੱਚ ਸ਼ਿਰਕਤ ਕਰਦੀ ਹੈ। ਮੈਂ ਸਮਝਦਾ ਉਹਦਾ ਇਹੋ ਹੀ ਇੱਕ ਕਾਰਨ ਹੈ ਕਿ ਉਹਦਾ ਇੰਨੀ ਵੱਡੀ ਗਿਣਤੀ ਵਿੱਚ ਸਾਹਿਤਕਾਰ ਜਿਹੜੇ ਆ ਇੱਥੇ ਸ਼ਾਮਲ ਹੋਏ ਆ। ਮੈਂ ਇਹਨਾਂ ਸ਼ਬਦਾਂ ਨਾਲ ਪਰਮਜੀਤ ਦਿਓਲ ਨੂੰ ਉਹਦੀ ਪਲੇਠੀ ਪੁਸਤਕ ਆਉਣ 'ਤੇ ਵਧਾਈ ਦਿੰਦਾ। ਧੰਨਵਾਦ। ਧੰਨਵਾਦ ਜੀ ਝੰਜਰ ਟੀਵੀ ਦਾ। ਮੈਂ ਮਲੂਕ ਸਿੰਘ ਕਾਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪਰਮਜੀਤ ਕੌਰ ਦਿਓਲ ਨੂੰ ਸਾਹਾਂ ਦੀ ਪੱਤਰੀ ਦੀ ਪੁਸਤਕ ਲੋਕ ਅਰਪਿਤ ਕਰਨ ਹੋਣ 'ਤੇ ਦਿਲੋਂ ਵਧਾਈ ਦਿੰਦਾ ਅਤੇ ਆਉਣ ਵਾਲੇ ਸਮੇਂ 'ਚ ਆਸ ਕਰਦਾ ਕਿ ਉਹ ਹੋਰ ਵਧੀਆ ਲਿਖਣਗੇ। ਅਤੇ ਮੈਂ ਬਹੁਤ ਬਹੁਤ ਦੁਬਾਰਾ ਫਿਰ ਸਾਰਿਆਂ ਨੂੰ ਇਸ ਸਫਲ ਫੰਕਸ਼ਨ ਦੀਆਂ ਵਧਾਈਆਂ ਦਿੰਦਾ ਹੋਇਆ ਮੈਂ ਜਾ ਚੁੱਕਿਆ। ਧੰਨਵਾਦ। ਹਾਂਜੀ, ਅੱਜ ਅਸੀਂ ਇੱਥੇ ਪਰਮਜੀਤ ਦਿਓਲ ਮੇਰੀ ਵਾਈਫ ਉਹਦੇ ਬੁੱਕ ਦੇ ਰਿਲੀਜ਼ 'ਤੇ ਸਾਰੇ ਜਣੇ ਇਕੱਠੇ ਹੋਏ ਆ। ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਟੋਰਾਂਟੋ ਅੰਟਾਰੀਓ ਦੀ ਕੋਈ ਵੀ ਐਸੀ ਸੰਸਥਾ ਨਹੀਂ ਸੀ ਜਿਹਦੇ 1-2 ਮੈਂਬਰ ਸਾਡੇ ਵਿੱਚ ਨਹੀਂ ਸਨ, ਔਰ ਕੋਈ 80 ਤੋਂ 90 ਬੰਦਿਆਂ ਦਾ ਇਕੱਠ ਸੀ, ਔਰ ਬਹੁਤ ਹੀ ਵਧੀਆ ਬੁੱਧੀਜੀਵੀ ਸਾਹਿਤਕਾਰ ਅਤੇ ਲਿਖਾਰੀ ਜਿਹੜੇ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ। ਅਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਅਤੇ ਮੈਂ ਫਿਰ ਆਪਣੀ ਪਰਮਜੀਤ ਦਿਓਲ ਨੂੰ ਇਸ ਵਧਾਈਆਂ ਦੇ ਰਿਹਾ ਕਿ ਉਹਨਾਂ ਦੀ ਇਹ ਪਲੇਠੀ ਪੁਸਤਕ ਜਿਹੜੀ ਰਿਲੀਜ਼ ਹੋਈ ਆ, ਜਿਹਦੇ ਕਰਕੇ ਉਹ ਲਾਸਟ 17-18 ਸਾਲ ਤੋਂ ਇਹ ਲਿਖ ਰਹੀ ਸੀ, ਲੇਕਿਨ ਉਹਦੀ ਜਿਹੜੀ ਬੁੱਕ ਦੀ ਸ਼ਕਲ ਦੇ ਵਿੱਚ ਪਹਿਲੀ ਕਿਤਾਬ ਆਈ ਆ। ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਉਹਨੇ ਉਪਰਾਲਾ ਕੀਤਾ ਆ ਅਤੇ ਅੱਗੇ ਤੋਂ ਵੀ ਕਰੇਗੀ। ਅਤੇ ਮੈਂ ਫਿਰ ਵੀ ਸਾਰੇ ਆਏ ਹੋਏ ਬੁੱਧੀਜੀਵੀਆਂ ਨੂੰ ਅਤੇ ਆਪਣੇ ਸਾਰੇ ਹੀ ਜਿੰਨੇ ਵਿਦਵਾਨ ਆਏ ਉਹਨਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢਿਆ ਅਤੇ ਸਾਡੇ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ। ਬਹੁਤ ਬਹੁਤ ਧੰਨਵਾਦ ਜੀ। ਝਾਂਜਰ ਟੀਵੀ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਥੇ ਪਰਮਜੀਤ ਦਿਓਲ ਦੀ ਕਿਤਾਬ ਬਾਰੇ ਇੱਥੇ ਸਾਰੇ ਇਕੱਠੇ ਹੋਏ ਹਾਂ ਅਤੇ ਮੇਰੇ ਵੱਲੋਂ ਪਰਮਜੀਤ ਦਿਓਲ ਨੂੰ ਬਹੁਤ ਬਹੁਤ ਵਧਾਈਆਂ ਇਸ ਗੱਲ ਦੀਆਂ। ਪਰਮਜੀਤ ਦਿਓਲ ਦੀ ਇੱਕ ਸਿਫਤ ਹੈ ਕਿ ਉਹ ਕੋਈ ਵੀ ਕੰਮ ਕਰਦੀ ਆ ਅਤੇ ਪੋਜ਼ੀਟਿਵਿਟੀ ਨਾਲ ਕਰਦੀ ਆ। ਕੁਛ ਵੀ ਜਿਸ ਤਰ੍ਹਾਂ ਕਿ ਜੇ ਗਾਉਣਾ ਉਹਨੇ ਗਾ ਦੇਣਾ, ਜੇ ਲਿਖਣਾ ਉਹਨੇ ਲਿਖ ਦੇਣਾ, ਜੇ ਕੰਪੇਅਰਿੰਗ ਕਰਨੀ ਆ ਉਹਨੇ ਉਹ ਵੀ ਕਰ ਦੇਣੀ ਆ। ਉਹਦੇ ਲਈ ਹਰ ਚੀਜ਼ ਚੈਲੰਜ ਆ, ਔਰ ਇਸ ਤਰ੍ਹਾਂ ਹੀ ਉਹ ਚੈਲੰਜ ਨੂੰ ਲੈਂਦੀ ਆ ਅਤੇ ਉਹ ਕਾਮਯਾਬੀ ਹੁੰਦੀ ਆ। ਅਤੇ ਮੇਰੇ ਵੱਲੋਂ ਪਰਮਜੀਤ ਦਿਓਲ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ ਉਸ ਦੀ ਕਿਤਾਬ 'ਤੇ। ਜੀ, ਮੈਂ ਪਰਮਜੀਤ ਢਿੱਲੋਂ ਝਾਂਜਰ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਸੀਂ ਇੱਥੇ ਇਸ ਇਕੱਤਰਤਾ 'ਚ ਪਰਮਜੀਤ ਦਿਓਲ ਦੀ ਬੁੱਕ ਰਿਲੀਜ਼ 'ਤੇ ਪਹੁੰਚੇ ਹਾਂ, ਔਰ ਪਰਮਜੀਤ ਦਿਓਲ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ, ਨਾਲ ਦੇ ਨਾਲ ਉਹਨਾਂ ਦੇ ਹਸਬੈਂਡ ਤੀਰਥ ਦਿਓਲ ਨੂੰ, ਜਿਨ੍ਹਾਂ ਨੇ ਇੰਨੀ ਹੈਲਪ ਕਰਕੇ ਪਰਮਜੀਤ ਦੀ ਇਸ ਕਾਬਲ ਬਣਾਇਆ ਕਿ ਉਹ ਇੰਨੀ ਵਧੀਆ ਕਿਤਾਬ ਆਪਣੇ ਸਾਹਿਤਕਾਰ ਦੋਸਤਾਂ ਦੇ ਔਰ ਸਾਰੀ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨ ਲਈ ਕੁਛ ਨਾ ਕੁਛ ਉਹਨਾਂ ਜਿੱਦਾਂ ਦਿੱਤਾ ਹੈਗਾ। ਅਤੇ ਬਹੁਤ ਬਹੁਤ ਮੁਬਾਰਕਬਾਦ ਅਗੇਨ। ਥੈਂਕ ਯੂ, ਧੰਨਵਾਦ। ਮੈਂ ਜਗੀਰ ਸਿੰਘ ਕਾਲੋਂ ਅੱਜ ਜਿਹੜੀ ਦਿਓਲ ਪਰਮਜੀਤ ਦੀ ਕਿਤਾਬ ਰਿਲੀਜ਼ ਹੋਈ ਆ, ਮੈਂ ਪਰਮਜੀਤ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਔਰ ਨਾਲ ਹੀ ਝਾਂਜਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਵੀ ਮੁਬਾਰਕਬਾਦ ਦੇਣਾ, ਝਾਂਜਰ ਟੀਵੀ ਨੂੰ ਵੀ, ਕਿ ਜਿਨ੍ਹਾਂ ਨੇ ਇਹ ਫੰਕਸ਼ਨ ਕਵਰ ਕੀਤਾ ਹੈਗਾ। ਔਰ ਇਹਨਾਂ ਦਾ ਜਿੱਥੇ ਪਰਮਜੀਤ ਨੇ ਇਹ ਪ੍ਰਾਪਤੀ ਕੀਤੀ ਆ, ਉੱਥੇ ਝਾਂਜਰ ਟੀਵੀ ਦਾ ਵੀ ਇਹ ਬਹੁਤ ਸ਼ਲਾਘਾਯੋਗ ਯਤਨ ਆ ਕਿ ਉਹ ਕਮਿਊਨਿਟੀ ਦੀਆਂ ਜਿਹੜੀਆਂ ਪ੍ਰਾਪਤੀਆਂ ਆ ਸਾਡੇ ਪੰਜਾਬੀਆਂ ਦੀਆਂ ਉਹ ਦਰਸ਼ਕਾਂ ਤੱਕ ਪਹੁੰਚਾਉਂਦੇ ਆ। ਅਤੇ ਮੇਰੀ ਹਾਰਦਿਕ ਇੱਛਾ ਆ ਕਿ ਜਿੱਥੇ ਪਰਮਜੀਤ ਦਿਓਲ ਦਿਨ ਦੁਗਣੀ ਰਾਤ ਚੁਗਣੀ ਉਨਤੀ ਕਰੇ, ਉੱਥੇ ਨਾਲ ਦੀ ਨਾਲ ਝਾਂਜਰ ਟੀਵੀ ਵੀ ਦਿਨ ਦੁਗਣੀ ਤੇ ਰਾਤ ਚੁਗਣੀ ਉਨਤੀ ਕਰੇ। ਸ਼ੁਕਰੀਆ। ਅੱਜ ਦਾ ਇਹ ਜੋ ਪ੍ਰੋਗਰਾਮ ਇੱਥੇ 31 ਮੈਲਨੀ ਡਰਾਈਵ 'ਤੇ ਕੀਤਾ ਗਿਆ, ਇਹ ਦਿਓਲ ਪਰਮਜੀਤ ਦੀ ਕਿਤਾਬ ਸਾਹਾਂ ਦੀ ਪੱਤਰੀ ਦਾ ਰਿਲੀਜ਼ ਸਮਾਰੋਹ ਸੀ, ਜਿੱਥੇ ਕਿ ਕਾਫੀ ਭਰਵਾਂ ਇਕੱਠ ਹੋਇਆ।
ਤਕਰੀਬਨ ਕੋਈ 100 ਤੋਂ ਵੱਧ ਜਿਹੜੇ ਬੁੱਧੀਜੀਵੀ ਲੇਖਕ ਟੋਰਾਂਟੋ ਏਰੀਏ 'ਚ ਰਹਿੰਦੇ ਨੇ ਉਹਨਾਂ ਨੇ ਸ਼ਿਰਕਤ ਕੀਤੀ। ਤੇ ਮੈਂ ਕਲਮ ਫਾਊਂਡੇਸ਼ਨ ਦੇ ਵੱਲੋਂ ਬਤੌਰ ਪ੍ਰਧਾਨ ਕੁਲਜੀਤ ਸਿੰਘ ਜੰਜੂਆ ਪਰਮਜੀਤ ਦਿਓਲ ਨੂੰ ਉਸ ਦੀ ਸਾਹਾਂ ਦੀ ਪੱਤਰੀ ਛਪਣ 'ਤੇ ਬਹੁਤ-ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਅੱਗੇ ਤੋਂ ਵੀ ਪਰਮਜੀਤ ਵਧੀਆ ਲੇਖਣੀਆਂ ਜਿਹੜੀਆਂ ਆਪਣੀਆਂ ਕਵਿਤਾਵਾਂ ਗਜ਼ਲਾਂ ਅਤੇ ਗੀਤਾਂ ਰਾਹੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਦੀ ਰਹੇਗੀ। ਇੱਕ ਵਾਰ ਫਿਰ ਦਿਓਲ ਪਰਮਜੀਤ ਨੂੰ ਬਹੁਤ-ਬਹੁਤ ਵਧਾਈ। ਅੱਜ ਦਾ ਫੰਕਸ਼ਨ ਬਹੁਤ ਹੀ ਸੋਹਣਾ ਰਿਹਾ। ਅੱਜ ਪਰਮਜੀਤ ਦਿਓਲ ਜਾਂ ਦਿਓਲ ਪਰਮਜੀਤ ਦੀ ਕਿਤਾਬ ਸਾਹਾਂ ਦੀ ਪੱਤਰੀ ਰਿਲੀਜ਼ ਹੋਈ ਹੈ ਤੇ ਬਹੁਤ ਹੀ ਸੋਹਣਾ ਇਕੱਠ ਹੋਇਆ। ਬੜੇ ਪਿਆਰੀਆਂ ਸਪੀਚਸ ਹੋਈਆਂ ਨੇ, ਬੜੇ ਲੋਕਾਂ ਨੇ ਸੋਹਣੇ ਸੋਹਣੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਮੁਬਾਰਕ ਦਿੱਤੀ ਹੈ ਔਰ ਬਹੁਤ ਹੀ ਅੱਜ ਮੁਲਾਕਾਤ ਹੋਈ ਹੈ ਲੋਕਾਂ ਨਾਲ ਜਿਨ੍ਹਾਂ ਨੂੰ ਮੈਂ ਕਈ ਮਹੀਨਿਆਂ ਤੋਂ ਨਹੀਂ ਮਿਲੀ। ਬੜੀ ਖੁਸ਼ੀ ਦੀ ਗੱਲ ਹੈ। ਪਰਮਜੀਤ ਦਿਓਲ ਬਹੁਤ ਹੀ ਮੁਬਾਰਕ ਹੋਵੇ ਤੁਹਾਨੂੰ ਔਰ ਅਗਲੀਆਂ ਕਿਤਾਬਾਂ ਦੀ ਉਡੀਕ ਹੈ ਸਾਨੂੰ। ਅੱਜ ਪਰਮਜੀਤ ਦਿਓਲ ਦੀ ਪੁਸਤਕ ਦੇ ਉੱਤੇ ਵਿਚਾਰ ਚਰਚਾ ਹੋਈ ਹੈ, ਘੁੰਡ ਚਕਾਈ ਹੋਈ ਹੈ। ਮੈਂ ਉਸ ਨੂੰ ਬਹੁਤ ਵਧਾਈ ਦਿੰਦੀ ਹਾਂ ਕਿਉਂਕਿ ਪਰਮਜੀਤ ਦੀ ਕਵਿਤਾ ਜਿਹੜੀ ਹੈ ਉਹ ਪੰਜਾਬਣ ਮੁਟਿਆਰ ਦੇ ਜਜ਼ਬਿਆਂ ਦੀ ਕਵਿਤਾ ਹੈ, ਪੰਜਾਬੀ ਸੱਭਿਆਚਾਰ ਦੀ ਕਵਿਤਾ ਹੈ ਤੇ ਪੰਜਾਬੀ ਰਹਿਤਲ ਦੀ ਕਵਿਤਾ ਹੈ। ਇਸ ਕਰਕੇ ਉਹਦੇ ਵਿੱਚ ਉਸਦੇ ਹੌਕੇ ਹਾਵੇ ਗਿਲੇ ਸ਼ਿਕਵੇ ਇੱਕ ਪੰਜਾਬਣ ਮੁਟਿਆਰ ਦੇ ਜਿਹੜੇ ਪੇਸ਼ ਕੀਤੇ ਨੇ, ਉਹ ਜੂਝਦੀ ਵੀ ਹੈ, ਹਾਰਦੀ ਵੀ ਹੈ, ਸੰਘਰਸ਼ ਵੀ ਕਰਦੀ ਹੈ। ਇਸ ਕਰਕੇ ਉਹ ਅੱਜ ਦੀ ਜਿਹੜੀ ਔਰਤ ਹੈ ਉਹ ਉਸਦੇ ਜਜ਼ਬਿਆਂ ਦੀ ਕਵਿਤਾ ਪੇਸ਼ ਕਰਦੀ ਹੈ। ਇਹ ਹੁਣ ਕੇਵਲ ਪਰਮਜੀਤ ਦੀ ਕਵਿਤਾ ਨਹੀਂ ਰਹੀ, ਇਹ ਸਮੁੱਚੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੀ ਪੇਸ਼ ਮੁਟਿਆਰ ਹੈ, ਪੰਜਾਬਣ ਮੁਟਿਆਰ ਹੈ, ਉਸਦੇ ਜਜ਼ਬਿਆਂ ਦੀ ਕਵਿਤਾ ਹੈ। ਤੇ ਸਾਹਾਂ ਦੀ ਪੱਤਰੀ ਜਿਹੜੀ ਕਿਤਾਬ ਹੈ ਮੈਂ ਉਸਦੇ ਅੱਜ ਉਸਦੇ ਵਧਾਈ ਦਿੰਦੀ ਹਾਂ, ਉਸਦੀ ਘੁੰਡ ਚਕਾਈ ਤੇ ਵਧਾਈ ਦਿੰਦੀ ਹਾਂ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਮਜੀਤ ਹੋਰ ਵਧੀਆ ਜਿਹੜੇ ਗੀਤ ਕਵਿਤਾ ਔਰ ਗਜ਼ਲ ਲਿਖੇਗੀ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸ਼ਾਇਰੀ ਦੇ ਵਿੱਚ ਆਪਣਾ ਵੱਡਾ ਮੁਕਾਮ ਬਣਾਏਗੀ। ਸ਼ਾਲਾ ਇਹ ਉਸਦਾ ਸ਼ਾਇਰੀ ਦਾ ਦਰਿਆ ਇਹ ਵਗਦਾ ਰਹੇ। ਮੈਂ ਡਾਕਟਰ ਗੁਰਬਖਸ਼ ਪੰਡਾਲ ਪਰਮਜੀਤ ਦਿਓਲ ਦੀ ਪੁਸਤਕ ਸਾਹਾਂ ਦੀ ਪੱਤਰੀ ਦੇ ਲੋਕ ਅਰਪਣ ਮੌਕੇ ਤੇ ਆਪਣੇ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਦਰਅਸਲ ਪਰਮਜੀਤ ਦਿਓਲ ਸੁੱਚੇ ਅਹਿਸਾਸਾਂ ਦੀ ਸ਼ਾਇਰਾ ਹੈ ਜਿਸ ਦੇ ਬੋਲਾਂ ਵਿੱਚ ਉਸ ਦਾ ਬਚਪਨ, ਉਹਦੀਆਂ ਰੀਝਾਂ, ਉਹਦੇ ਚਾਅ ਔਰ ਉਹਦੇ ਅਹਿਸਾਸ ਧੜਕਦੇ ਨਜ਼ਰ ਆਉਂਦੇ ਨੇ ਔਰ ਇਹ ਅਹਿਸਾਸ ਉਹਦੀ ਕਵਿਤਾ ਦੇ ਵਿੱਚ ਰੂਪਮਾਨ ਹੁੰਦੇ ਨੇ। ਔਰ ਮੈਨੂੰ ਇਹ ਚੰਗਾ ਲੱਗਾ ਹੈਗਾ ਕਿ ਉਹਨੇ ਇਸ ਕਵਿਤਾ ਰਾਹੀਂ, ਇਸ ਪੁਸਤਕ ਰਾਹੀਂ ਆਪਣੇ ਬਾਪ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਔਰ ਇਹ ਸਭ ਤੋਂ ਵੱਡੀ ਸੱਚੀ ਸੁੱਚੀ ਅਕੀਦਤ ਹੁੰਦੀ ਹੈ ਆਪਣੇ ਮਾਪਿਆਂ ਨੂੰ ਕਿ ਉਹਨਾਂ ਦੇ ਬੱਚੇ ਵੱਡੇ ਹੋ ਕੇ ਉਹਨਾਂ ਦਾ ਸਰਨਾਮਾ ਬਣਨ। ਸੋ ਪਰਮਜੀਤ ਦਿਓਲ ਨੂੰ ਇਸ ਪੁਸਤਕ ਦੇ ਛਪਣ 'ਤੇ ਔਰ ਇਹ ਸੁੱਚੀਆਂ ਸੁੱਚੀਆਂ ਭਾਵਨਾਵਾਂ ਹਰਫਾਂ ਰਾਹੀਂ ਲੋਕਾਂ ਦੇ ਸਾਹਮਣੇ ਕਰਨ 'ਤੇ ਮੈਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਔਰ ਆਸ ਹੈ ਕਿ ਭਵਿੱਖ ਵਿੱਚ ਹੋਰ ਵੀ ਉਹ ਬਿਹਤਰ ਕਵਿਤਾ ਔਰ ਕਵਿਤਾ ਦੇ ਨਾਲ ਸੰਵਾਦ ਰਚਾਏਗੀ ਔਰ ਪੰਜਾਬੀ ਪਾਠਕਾਂ ਨੂੰ ਵਧੀਆ ਕਵਿਤਾ ਦੇਗੀ। ਆਪ ਸਭ ਦਾ ਧੰਨਵਾਦ ਬਹੁਤ। ਸਤਿ ਸ੍ਰੀ ਅਕਾਲ, ਮੈਂ ਪਿਆਰਾ ਸਿੰਘ ਕੁਦੋਵਾਲ ਹਾਂ ਤੇ ਅੱਜ ਦਿਓਲ ਪਰਮਜੀਤ ਦੀ ਪਹਿਲੀ ਪੁਸਤਕ ਸਾਹਾਂ ਦੀ ਪੱਤਰੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਪਰਮਜੀਤ ਦਿਓਲ ਜੋ ਕਿ ਉਸ ਦਾ ਪੂਰਾ ਨਾਂ ਹੈ ਲੇਕਿਨ ਕਵਿਤਾ ਵਿੱਚ ਦਿਓਲ ਪਰਮਜੀਤ ਹੈ। ਉਹਨਾਂ ਨੇ ਬਹੁਤ ਹੀ ਵਧੀਆ ਗੀਤਕਾਰੀ ਇਸ ਕਵਿਤਾ ਦੇ ਵਿੱਚ ਕੀਤੀ ਹੈ ਔਰ ਜਿਸ ਤਰੀਕੇ ਨਾਲ ਆਪਣੀ ਰੂਹ ਦੀ ਆਵਾਜ਼ ਨੂੰ ਉਹਨੇ ਲਫ਼ਜ਼ ਦਿੱਤੇ ਨੇ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵਧੀਆ ਗੱਲ ਹੋਈ ਹੈ ਔਰ ਅਸੀਂ ਆਸ ਰੱਖਦੇ ਹਾਂ ਕਿ ਦਿਓਲ ਪਰਮਜੀਤ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅੱਛੀਆਂ ਕਿਤਾਬਾਂ ਔਰ ਗੀਤ ਜਿਹੜੇ ਨੇ ਉਹ ਪੰਜਾਬੀ ਸਾਹਿਤ ਦੀ ਝੋਲੀ ਪਾਏਗੀ। ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਸਾਰੇ ਦਿਓਲ ਪਰਿਵਾਰ ਨੂੰ ਤੇ ਦਿਓਲ ਪਰਮਜੀਤ ਨੂੰ ਬਹੁਤ-ਬਹੁਤ ਵਧਾਈ ਦੇਣਾ। सत श्री अकाल जी। मेरा नाम तला जहरा है। मैंने परमजीत दियोल को बेशुमार दफ़ा सुना है। जब मैंने पहली दफ़ा उसे सुना तो मैंने जो उसमें एक जोश और एक वलवला देखा और जो उसकी पोइट्री में मुझे एक सच्चे जज्बात नज़र आए। मुझे लगा कि ये वाकई किसी दिन एक बहुत अच्छी शायरा जो है के रूप में हमारे सामने आएगी और ऐसा ही हुआ कि अब जब इसकी किताब शाया हुई है तो मैं ये देखती हूँ कि उसकी किताब बेहतरीन है, उसके पास बहुत अच्छे जज्बात हैं, बहुत अच्छे ख़यालात हैं और एक सच्चे मन के साथ उसने बहुत बेहतरीन गीत। उसकी शायरी में मुझे एक नुमाया अंसर जो हमेशा नज़र आया वो ये था कि उसकी शायरी पीछे
उसके गांव से, ज़मीन से, हमारे पंजाब से जुड़ी हुई है। मैं भी पंजाब से बिलोंग करती हूँ, पंजाब में पैदा हुई, लाहौर में पैदा हुई, तो मुझे भी उसके, मेरा ख्याल है कि यही कशिश मुझे उसकी तरफ खींच के लेकर गई। और जब भी मैं उसको सुनती थी तो मुझे एहसास होता था कि वो मेरा पंजाब, वो जो मैंने अपनी माँ से पंजाब की बातें सुनी हुई हैं, वो सब मुझे उसकी शायरी में नज़र आती थी, और मैं उन सब को दोबारा से, वो मुझे जहन में मेरे रिवाइव होती थी। और मुझे बहुत खुशी होती थी कि इसका गीत, इसके नज़में बेहतरीन हैं और इतने जोश के साथ पढ़ती थी, इतने वलवले से पढ़ती है कि पता लगता है कि वो उसके अंदर से एक चीज़ निकल रही है। तो मैं ये समझती हूँ कि मैं उसको मुबारकबाद देती हूँ इस बात के ऊपर कि ये उसकी जैसे कि उन्होंने तरीत साहब ने कहा कि 20 साल की उसकी नज़में हैं, तो वाकई हमारे यहाँ भी ऐसा होता है कि 20-20 साल की नज़में इकट्ठी करके और फिर जब आप पेश करते हैं तो वो आपकी ज़िंदगी होती है, वो आपका सरमाया होता है, और ये एक बेहतरीन सरमाया उसके लिए, जिसके लिए मैं उसको मुबारकबाद देती हूँ। और मेरी तरफ से परमजीत को, उसके पूरे परिवार को और उसकी उन वालदैन को जिन्होंने उस ऐसी बच्ची पैदा की, इतनी मल्टी टैलेंटेड बेटी जो कि हर जगह पर अपना टैलेंट शो करती है। मैंने उसे प्रोग्राम ऑर्गेनाइज़ करते भी देखा है, मैंने उसे उसके ड्रामास भी देखे हैं, और उसकी और भी लोगों से मिलने का उसका रिलेशंस, और हर एक को फिर उसके अंदर अना नहीं है। जो सबसे बड़ी बात मैंने उसके लिए अंदर महसूस की कि उसके पास कोई अना नहीं है, वो बेहतरीन है, वो हर एक से बहुत प्यार से, दुलार से मिलती है, ऐसे मिलती है, इतने प्यार से मिलती है कि आज ये पूरा हॉल भरा हुआ था सिर्फ परमजीत से मिलने के लिए। और मुझे बहुत खुशी है, मैं उसको बार बार उसको इसकी किताब के ऊपर मुबारकबाद देती हूँ, उसकी इस कामयाबी पे मुबारकबाद देती हूँ। बहुत शुक्रिया, धन्यवाद। ਅੱਜ ਸਾਹਾਂ ਦੀ ਪੱਤਰੀ ਕਿਤਾਬ ਦੀ ਘੁੰਡ ਚੁਕਾਈ ਤੇ ਮੈਂ ਦਿਓਲ ਪਰਮਜੀਤ ਅਤੇ ਤੀਰਥ ਦਿਓਲ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਕਹਿਣਾ। ਸੋ ਅੱਜ ਦੀ ਇਹ ਮਹਿਫਲ, ਜਿਸ ਤਰ੍ਹਾਂ ਇਸ ਕਿਤਾਬ ਦਾ ਨਾਂ ਹੈ ਸਾਹਾਂ ਦੀ ਪੱਤਰੀ, ਤੇ ਸਾਹਾਂ ਦੇ ਨਾਲ ਜ਼ਿੰਦਗੀ ਚਲਦੀ ਰਹਿੰਦੀ ਹੈ, ਮਹਿਕਦੀ ਰਹਿੰਦੀ ਹੈ। ਸੋ ਇਸੇ ਤਰ੍ਹਾਂ ਅੱਜ ਦੀ ਇਹ ਮਹਿਫਲ ਸਤਿਕਾਰਯੋਗ ਸਰੋਤਿਆਂ ਦੇ ਨਾਲ, ਕਵੀਆਂ ਦੇ ਨਾਲ, ਸ਼ਾਇਰਾਂ ਦੇ ਨਾਲ ਮਹਿਕਦੀ ਰਹੀ ਤੇ ਚਲਦੀ ਰਹੀ, ਤੇ ਅਸੀਂ ਸਾਰਿਆਂ ਨੇ ਅੱਜ ਇਸ ਮਹਿਫਲ ਦੇ ਇੱਕ ਇੱਕ ਪਲ ਨੂੰ ਜਿਉਇਆ ਤੇ ਮਾਣਿਆ। ਸੋ ਅਖੀਰ ਵਿੱਚ ਇਸ ਕਿਤਾਬ ਦੀ ਰਚయిਤਾ ਪਰਮਜੀਤ ਦਿਓਲ ਅਤੇ ਸਾਰੇ ਪਰਿਵਾਰ ਅਤੇ ਉਹਨਾਂ ਸਾਰੇ ਸਾਹਿਤਕਾਰ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ, ਜਿਹੜੇ ਸਾਹਿਤ ਨੂੰ ਪਿਆਰ ਕਰਦੇ ਨੇ। ਸੋ ਬਹੁਤ ਬਹੁਤ ਧੰਨਵਾਦ। ਆਪਣਾ ਨਾਮ ਬੋਲ ਦਿਓ, ਫਿਰ ਉਹ ਮੈਂ ਟਾਈਪ ਕਰਕੇ ਟੀਵੀ ਦੇ ਉੱਪਰ। ਮੇਰਾ ਨਾਮ ਹੈ ਜੀ ਪਰਮਜੀਤ ਸਿੰਘ ਗਿੱਲ। ਮੈਂ ਐਜ਼ ਏ ਮੌਰਗੇਜ ਬ੍ਰੋਕਰ ਸੈਂਟਮ ਮਾਡਰਨ ਮੌਰਗੇਜ ਤੋਂ ਸੇਵਾ ਕਰ ਰਿਹਾ ਇੱਕ ਲੰਬੇ ਅਰਸੇ ਤੋਂ। ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਮਨਪ੍ਰੀਤ ਦਿਓਲ। ਮਾਂ ਦੇ ਕਦਮਾਂ ਦੇ ਵਿੱਚ ਜੰਨਤ, ਮਾਂ ਹੈ ਰੱਬ ਦਾ ਦੂਜਾ ਨਾਂ, ਖੁਦ ਦੁੱਖਾਂ ਦੀ ਅੱਗ 'ਚ ਸੜ ਕੇ ਮੈਨੂੰ ਦੇਵੇ ਠੰਡੀ ਛਾਂ। ਹਰ ਵੇਲੇ ਹੀ ਮੈਂ ਤਾਂ ਲੋਕੋ ਰੱਬ ਅੱਗੇ ਅਰਦਾਸ ਕਰਾਂ ਕਿ ਰੱਬਾ ਸਭ ਬੱਚਿਆਂ ਨੂੰ ਦਵੀਂ ਮੇਰੇ ਮਾਂ ਵਰਗੀ ਹੀ ਮਾਂ, ਦਵੀਂ ਮੇਰੀ ਮਾਂ ਵਰਗੀ ਹੀ ਮਾਂ। ਥੈਂਕ ਯੂ।